बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको एक और तजर्बाकार बुज़ुर्गों के पास लेके आए हैं जो साल हर साल से गोट फार्मिंग का काम कर रहे हैं। तो हम इनसे इनके गुर जानेंगे। अगर आप ये सारे गुर जानना चाहते हैं तो वीडियो को आखिर तक देखना होगा। पर्टिकुलरली मैं आपसे कहूँगा कि आखिरी 3 से 4 मिनट में बुज़ुर्गों ने इंतहाई काम की बातें बताई हैं, वो तो ज़रूर ही देखिएगा अगर आपने शुरू में नहीं भी देखना तो। बहरहाल अगर आप कोई भी राय देना चाहते हैं तो फिर यही रिक्वेस्ट है कि वीडियो मुकम्मल देख के राय दीजिएगा, हाफ़ देख के राय मत दीजिएगा। इंशाल्लाह आपको मज़ा आएगा। तो अगर आप इस तरह के मज़ीद वीडियोस देखते रहना चाहते हैं तो चैनल को सब्सक्राइब करके बेल आइकन दबाएं ताकि हर नई बनने वाली वीडियो की इत्तला आप तक बर वक्त पहुँच सके। तो चलें प्रॉपरली वीडियो स्टार्ट करते हैं। अस्सलाम वालेकुम। वालेकुम सलाम। चाचा जी की हाल चाल है? ठीक ठाक जी, तुम सुनाओ? अल्हम्दुलिल्लाह। चाचा की नाम अपना? मेरा नाम मुस्तफा है। चाचा पिंड केड़ा है? पीलोवाल। चाचा तुसी ये बकरियां दा कारोबार किन्ने अरसे तो करदे हो? तकरीबन 4 साल हो गया करदे हैं। 4 साल हो गया करदे? हाँ जी। ठीक है। अच्छा, ਤੁਹਾਨੂੰ एक चीज़ पूछांगा, रूटीन तो हट के सवाल पूछांगा। किसी नवे बंदे ने काम करना होए ਉਹਦੇ ਸਾਹਮਣੇ 3 ਕੰਮ ਹੋਣ, ਮੱਝਾਂ ਦਾ, ਗਾਵਾਂ ਦਾ, ਬੱਕਰੀਆਂ ਦਾ, ਜਾਂ ਇਸ ਤੋਂ ਇਲਾਵਾ ਵੀ, ਤੇ ਕਿਹਦਾ ਇੰਤਖਾਬ ਕਰਨਾ ਚਾਹੀਦਾ, ਬੱਕਰੀਆਂ ਦਾ, ਮੱਝਾਂ ਦਾ ਜਾਂ ਗਾਵਾਂ ਦਾ? ਇਹ ਸਰਕਾਰ ਮੇਰੀ ਮੰਨਣ ਨਾ ਜੀ ਤੇ ਬੱਕਰੀਆਂ ਦਾ ਕਰਨ, ਮੱਝਾਂ ਦੇ ਕਿਉਂ, ਮੱਝਾਂ ਦਾ ਬੜਾ ਲੰਮਾ ਪੈਂਡਾ ਹੁੰਦਾ ਤੇ ਬੜੇ ਲੰਮਾ ਚੌੜਾ ਕੰਮ ਹੁੰਦਾ। ਠੀਕ ਹੈ। ਤੇ ਸ਼ਾਮੀ ਇਹ ਖਰਚਾ ਵੀ ਮੰਗਦੀਆਂ ਨੇ, ਸ਼ਾਮ ਸਿੱਧਾ 500,000 ਖਾਂਦੀਆਂ ਨੇ। ਇਹਨਾਂ ਦਾ ਟਾਈਮ ਟੇਬਲ ਹੋਵੇ, ਮਿਸਾਲ ਸਵੇਰੇ ਜਾਂ 3 ਵਜੇ ਜਾਂ 2 ਵਜੇ ਖੋਲਣੀਆਂ ਨੇ। ਠੀਕ ਹੈ। ਇਹਨਾਂ ਨੂੰ ਬਾਹਰ ਜ਼ਰੂਰੀ ਹੈ, ਬਾਹਰ ਮਿਸਾਲ ਪੱਠਾ ਕਿਹੜਾ ਮੁੱਲ ਲੈਣਾ ਹੁੰਦਾ, ਇਹਨਾਂ ਵਾਸਤੇ ਕੋਈ ਮੁੱਲ ਨਹੀਂ ਲੈਣਾ ਹੁੰਦਾ, ਇਹ ਫ੍ਰੀ ਦਾ ਮਾਲ ਹੁੰਦਾ। ਠੀਕ ਹੈ। ਯਾਨੀ ਬਾਹਰੋਂ ਇਹਨਾਂ ਖਾ ਕੇ ਆ ਜਾਣਾ, ਕੋਈ ਇਹਨਾਂ ਵਾਸਤੇ ਤੂੜੀ ਨਹੀਂ ਲੈਣੀ ਪੈਂਦੀ, ਕੋਈ ਵੰਡਾ ਨਹੀਂ ਲੈਣਾ ਪੈਂਦਾ। ਠੀਕ ਹੈ। ਤੇ ਇਹ ਬਾਹਰੋਂ ਮਿਸਾਲ ਫੇਰ ਕੇ ਤੇ ਆ ਕੇ ਤੇ ਚੁੱਕ ਕੇ ਬਹਿ ਜਾਂਦੀਆਂ ਨੇ। ਠੀਕ ਹੈ। ਤੇ ਮੱਝਾਂ ਵਾਲਾ ਜਿਹੜਾ ਕੰਮ ਹੈ ਉਹ ਤੇ ਜੀਆਂ ਵਾਲਾ ਕੰਮ ਹੈ। ਠੀਕ ਹੈ। ਉਹਦੇ ਜ਼ਮੀਨ ਹੋਵੇ ਤੇ ਕੋਈ ਗੱਲ ਨਹੀਂ, ਜੇ ਜੀ ਸਾਰੇ ਸਰਿਆਣੇ ਹੋਣ ਤੇ ਇਹਨਾਂ 'ਚ ਵੀ ਫਾਇਦਾ, ਮੱਝਾਂ 'ਚ ਵੀ। ਠੀਕ ਹੈ। ਯਾਨੀ ਤੁਹਾਡਾ ਵੋਟ ਬੱਕਰੀਆਂ ਵੱਲ ਜਾਂਦਾ ਤੇ ਮੈਂ ਤੁਸੀਂ ਕਿੰਨੀਆਂ ਬੱਕਰੀਆਂ 'ਚੋਂ ਕੰਮ ਸ਼ੁਰੂ ਕੀਤਾ ਸੀ? ਮੈਂ ਇਨਸ਼ਾਅੱਲਾ ਮੈਂ 4 ਬੱਕਰੀਆਂ ਲਈਆਂ ਹਨ, ਲੱਖ ਰੁਪਏ ਦੀਆਂ। ਇੱਕ ਹੁੰਡਾ ਲਿਆ ਸੀ। ਅੱਛਾ। ਤੇ 4 ਬੱਕਰੀਆਂ ਲਈਆਂ ਹਨ ਆਪਣੇ ਭਨੇਵੇਂ ਕੋਲੋਂ। ਅੱਛਾ। ਲੱਖ ਰੁਪਇਆ ਉਹਨੂੰ ਦਿੱਤਾ ਸੀ। ਠੀਕ ਹੈ। ਤੇ ਮਾਸ਼ਾਅੱਲਾ ਹੁਣ ਮੇਰੇ ਕੋਲ 21 ਥਾਂ ਮਾਲ ਹੈ। ਠੀਕ ਹੈ। ਤੇ ਉਹਦੇ ਵਿੱਚ 2 ਮੈਂ ਵੇਚੜੀਆਂ ਹਨ। ਠੀਕ ਹੈ। ਤੇ ਪਿੱਛੇ 21 ਥਾਂ ਰਹਿ ਗਏ, ਯਾਨੀ 21 ਨਾਗ ਰਹਿ ਗਏ ਨੇ। ਜ਼ਬਰਦਸਤ। ਹਾਂ। ਅੱਛਾ ਚਾਚਾ, ਸਾਡੇ ਇਲਾਕੇ 'ਚ ਜਾਂ ਓਵਰਆਲ ਕਿਹੜੀ ਨਸਲ ਤੁਸੀਂ ਸਮਝਦੇ ਹੋ ਬੱਕਰੀਆਂ ਦੀ ਰੱਖਣੀ, ਕਿਹੜੀ ਰੱਖਣੀ ਚਾਹੀਦੀ ਜਿਸ 'ਚ ਜ਼ਿਆਦਾ ਫਾਇਦਾ ਹੈ? ਇਹ ਸਾਡਾ ਜਿਹੜੀ ਜੂ ਹੈ ਨਾ, ਅਸਲੀ ਦੇਸੀ ਬੱਕਰੀ ਜਿਹੜੀ ਹੁੰਦੀ ਹੈ ਨਾ, ਉਹ ਥੱਲੇ ਮੂੰਹ ਨਹੀਂ ਲਾਉਂਦੇ। ਅੱਛਾ। ਉਹਦਾ ਕੰਮ ਹੈ ਬਸ ਪੱਤਰ ਹੀ ਖਾਣਾ। ਠੀਕ ਹੈ। ਤੇ ਉਹ ਹੀ ਖਾਂਦੀ ਹੈ ਪੱਤਰ ਹੀ। ਤੇ ਜਿਹੜੀ ਦਰਗੀ ਬੱਕਰੀ ਹੁੰਦੀ ਹੈ ਨਾ, ਇਹ ਮਾਸ਼ਾਅੱਲਾ ਇਹ ਸਹੀ ਸਾਡੇ ਏਰੀਏ 'ਚ ਉਹ ਸਹੀ ਰਹਿੰਦੀ ਹੈ। ਠੀਕ ਹੈ। ਦਰਗੀ ਹੁਣ ਇਹ 2 ਦਰਗੀਆਂ ਪੱਠਾਂ ਨੇ ਮਿਸਾਲ, ਇਹ ਅੱਛੀਆਂ ਨੇ। ਠੀਕ ਹੈ। ਇਹ ਤੇ ਹੁਣ ਬੱਚੀਆਂ ਨੇ ਤੇ ਹੁਣ ਵੰਨ ਲੱਗਣ ਦੀਆਂ ਤੇ ਫਿਰ ਪਤਾ ਲੱਗੇਗਾ ਵੀ ਕੀ ਇਹ ਬਣਦੀਆਂ। ਠੀਕ ਹੈ। ਹਾਂ। ਉਸ ਦਿਨ ਇੱਕ ਬੱਕਰੀ ਸਾਲ 'ਚ ਕਿੰਨੇ ਬੱਚੇ ਦੇ ਛੱਡਦੀ ਹੈ? ਇਹ ਮਾਸ਼ਾਅੱਲਾ ਸਾਲ 'ਚ 2 ਵਾਰੀ ਸੂੰਦੇ। ਤੇ ਕਿੰਨੇ ਬੱਚੇ ਟੋਟਲ ਕਰਦੀ? ਟੋਟਲ ਕਮ ਸੋ ਕਮ ਵੀ 2 ਵੀ ਦੇਵੇ ਤੇ ਫਿਰ ਵੀ 4 ਸਾਲ 'ਚ ਬੱਚੇ ਹੋ ਜਾਂਦੇ ਨੇ ਇੱਕ ਬੱਕਰੀ ਦੇ। ਹਾਂ, 10-10 ਹਜ਼ਾਰ ਰੁਪਏ ਦਾ ਵੀ ਬੱਚਾ ਵੇਚਿਆ ਹੋਇਆ ਨਾ ਤਾਂ ਵੀ 40,000 ਰੁਪਇਆ ਬਚਦਾ ਸਾਲ 'ਚ। ਫੀ ਬੱਕਰੀ ਸਾਲ 'ਚ ਬੱਕਰੀ ਬਚਾਉਂਦੀ ਹੈ। ਤੇ ਉਸ ਬੱਕਰੀ ਉੱਤੇ ਖਰਚ ਕਿੰਨਾ ਆਉਂਦਾ ਇੱਕ ਬੱਕਰੀ? ਕੋਈ ਖਰਚਾ ਨਹੀਂ, ਉਹਦੇ ਤਾਂ ਸਿਰਫ ਮਿਹਨਤ ਹੀ। ਉਹਨੂੰ ਸਿਰਫ ਬਾਹਰ ਲੈ ਕੇ ਜਾਓ ਜੰਗਲ ਵਿੱਚ। ਅੱਛਾ। ਤਾਂ ਕੋਈ ਖਰਚਾ ਨਹੀਂ ਉਹਦਾ। ਚਰਾਈ ਨਾਲ ਹੀ ਪਾਲਦੀ? ਚਰਾਈ ਨਾਲ ਹੀ ਪਾਲਦੀਆਂ। ਠੀਕ ਹੈ। ਘਰ ਆ ਕੇ ਜਿੱਥੇ ਇਹਨਾਂ ਨੂੰ ਰੱਖਦੇ ਹੋ ਉਹ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਤੇ ਫੀ ਬੱਕਰੀ ਕਿੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ? ਇਹਨਾਂ ਨੂੰ ਘਰ ਦੇ ਵਿੱਚ ਜਿਹੜੀ ਹੈ ਨਾ ਜਗ੍ਹਾ, ਮਿਸਾਲ ਹੈ ਮੇਰੇ ਘਰ ਦੇ ਤੇ ਮਾਸ਼ਾਅੱਲਾ ਠੀਕ ਹੈ, ਖੁੱਲੀ ਜਗ੍ਹਾ ਹੈ। ਠੀਕ ਹੈ। ਤੇ ਜੇ ਘਰ 'ਚ ਸਿਆਲ 'ਚ ਮੋਮਨ ਇਹਨਾਂ ਦੀ ਜਿਹੜੀ ਹੈ ਨਾ ਹੁੰਦਾ ਹੈ, ਮਿਸਾਲ ਹੈ ਮੋਮਨ 'ਚ ਇਹਨਾਂ ਨੂੰ ਗਰਮ ਚਾਹੀਦੀ ਹੈ ਸ਼ਾਇਦ। ਠੀਕ ਹੈ। ਤੇ ਮੈਂ ਤੇ ਮਾਸ਼ਾਅੱਲਾ ਬੜਾ ਇਹਨਾਂ ਦਾ ਬਣਾਉਣਾ ਸਿਸਟਮ। ਅੱਛਾ। ਬਾਲਣ ਸ਼ਾਲਣ ਇਕੱਠਾ ਕਰਕੇ ਆ ਜਿਹੜੇ ਬੱਚੇ ਨੇ ਮੈਂ ਅੱਗ ਲਾ ਕੇ। ਠੀਕ ਹੈ। ਤੇ ਬੱਚੇ ਜਿਹੜੇ ਉਹ ਸਾਈਡਾਂ 'ਤੇ ਬਹਿ ਰਹਿੰਦੇ ਆ, ਕਿਉਂਕਿ ਇਸ ਨਾਲ ਬੱਚੇ ਜਿਹੜੇ ਆ ਸਿਆਲ 'ਚ ਠੰਡ ਨਾਲ ਸਰਦੀ ਨਾਲ ਮਰ ਜਾਂਦੇ ਆ। ਠੀਕ ਹੈ। ਤੇ ਇਸ ਕਰਕੇ ਮੈਂ ਕੇਅਰ ਕਰਨਾ। ਇਹ ਹੁਣ ਇਹ ਸਾਹਮਣੇ ਬੱਚੇ ਨੇ, ਇਹ ਸਾਰੇ ਇਹ ਮੇਰੇ ਕੋਲ ਘਰ ਦੇ ਨੇ, ਸਾਰੇ ਘਰ ਦੇ ਨੇ ਬੱਚੇ। ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਰਦੀਆਂ 'ਚ ਬੱਚਿਆਂ ਦੀ ਕੇਅਰ ਵਾਸਤੇ ਸਰਦੀ ਤੋਂ ਬਚਣ ਦਾ ਕੋਈ ਨਾ ਕੋਈ ਇੰਤਜ਼ਾਮ ਕਰਨਾ। ਇੰਤਜ਼ਾਮ ਇਹ ਹੋਣਾ ਚਾਹੀਦਾ, ਮਿਸਾਲ ਹੈ ਇਹਨਾਂ ਨੂੰ ਖੁਸ਼ਕ ਜਗ੍ਹਾ ਚਾਹੀਦੀ ਹੈ, ਖੁਸ਼ਕ ਜਗ੍ਹਾ ਤੇ ਗਰਮ ਚਾਹੀਦੀ ਹੈ ਮਿਸਾਲ ਹੈ। ਠੀਕ ਹੈ। ਤੇ ਤਾਂ ਇਹ ਬਚਦੇ ਨੇ। ਔਰ ਸਿਆਲ 'ਚ ਠੰਡ ਨਾਲ ਤੇ ਨਜ਼ਲੇ ਨਾਲ ਹੀ ਮਰ ਜਾਂਦੇ ਨੇ ਜਾਂ ਸਰਦੀ ਨਾਲ ਮਰ ਜਾਂਦੇ ਨੇ। ਠੀਕ ਹੈ।
ਚਾਚਾ ਦਰਗੀਆਂ ਤੋਂ ਇਲਾਵਾ ਕੋਈ ਸਿੰਧੀ ਬੱਕਰੀ ਵੀ ਰੱਖੀ ਜੇ? ਹਾਂ ਸਿੰਧੀ, ਉਹ ਮੇਰੇ ਕੋਲ ਖਲੋਤੀ ਕਾਲੀ ਬੱਕਰੀ ਸਿੰਧੀ ਖਲੋਤੀ। ਸਿੰਧੀ ਦੀ ਕੀ ਖੂਬੀ ਹੈ ਦੂਸਰੀਆਂ ਬੱਕਰੀਆਂ ਤੋਂ? ਸਿੰਧੀ ਦਾ ਇਹ ਖੂਬੀ ਹੈ ਵੀ ਇਹਦੇ ਥੱਲੇ ਦੁੱਧ ਜ਼ਿਆਦਾ ਹੁੰਦਾ ਹੈ। ਅੱਛਾ। ਜਾਨਵਰ ਵੱਡਾ ਹੁੰਦਾ ਹੈ। ਠੀਕ ਹੈ। ਤੇ ਫਿਰ ਜਿਹੜੇ ਅੱਗੋਂ ਇਹਦੇ ਬੱਚੇ ਹੁੰਦੇ ਆ ਨਾ ਜੀ ਜੀ, ਉਹ ਸਹੀ ਪਲ ਜਾਂਦੇ ਆ। ਮਿਸਾਲ 6-7 ਮਹੀਨਿਆਂ ਦਾ ਵੱਡਾ ਬੱਕਰਾ ਬਣ ਜਾਂਦਾ ਜਾਂ ਵੱਡੀ ਪੱਠ ਨਾਰੀ ਅੱਛਾ ਵੱਡੀ ਹੋ ਜਾਂਦੀ ਹੈ। ਠੀਕ ਹੈ, ਸਹੀ ਹੈ। ਹਾਂ ਇਹ ਮੇਰੇ ਕੋਲ ਸਾਹਮਣੇ ਲੈ ਲੈ 8 ਮਹੀਨਿਆਂ ਦਾ ਲੈ ਲੈ। ਠੀਕ ਹੈ। ਇਹ ਉਹਦੀ ਮਾਂ ਲਾਲ ਹੋ ਗਈ ਹੈ ਤੇ ਸਿਰਫ ਦੁੱਧ ਨਾਲ ਪਲੇ ਨੇ। ਠੀਕ ਹੈ। ਅੱਛਾ ਚਾਚਾ, ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕਿੰਨੀਆਂ ਕੁ ਬੱਕਰੀਆਂ ਤੋਂ ਸਟਾਰਟ ਲੈਣਾ ਚਾਹੀਦਾ? ਉਹ ਪਹਿਲੇ ਸਟਾਰਟ ਕੋਈ 5-6 ਬੱਕਰੀਆਂ ਲੈ ਲੇ, ਯਾਨੀ ਉਹ ਜੇ ਇਹ ਤਕਲੀਫ ਝੱਲ ਸਕਦਾ ਹੈ, ਬਾਹਰ ਫਿਰ ਟੁਰ ਸਕਦਾ ਹੈ ਤੇ ਜ਼ਿਆਦਾ ਕੰਮ ਨਾ ਸ਼ੁਰੂ ਕਰੇ। 2-4 ਲੱਖ ਰੁਪਏ ਦਾ ਨਹੀਂ, ਕੋਈ 1.5 ਤੋਂ ਸ਼ੁਰੂ ਕਰ ਲੈ। ਠੀਕ ਹੈ। ਤੇ ਜੇ ਅਗਰ ਉਹਨੂੰ ਸਵਾਦ ਆਇਆ ਤੇ ਅੱਗੋਂ ਹੋਰ ਕਰੇ। ਠੀਕ ਹੋ ਗਿਆ। 20 ਬੱਕਰੀਆਂ ਤੇ ਕਿੰਨੇ ਕੁ ਬੰਦੇ ਚਾਹੀਦੇ ਹੁੰਦੇ ਨੇ? ਬੰਦਾ ਇਹਦੇ ਤੇ ਕਮ ਸੇ ਕਮ ਵੀ 2 ਬੰਦੇ ਤੇ 20 ਤੇ ਲਾਜ਼ਮੀ ਚਾਹੀਦੇ ਨੇ। ਕਿਉਂ ਇੱਕ ਜਿਹੜਾ ਬਾਹਰ ਫੇਰ ਕੇ ਹੁੰਦਾ ਨਾ ਉਹਦੇ ਕੋਲ ਫਿਰ ਸ਼ਾਮੀ ਘਰ ਆ ਕੇ ਨਹੀਂ ਇਹ ਕੰਮ ਹੁੰਦਾ। ਅਸਲ ਤੇ ਇਹਨਾਂ ਦੀ ਹਵੇਲੀ ਹੋਣੀ ਚਾਹੀਦੀ ਹੈ, ਵਾੜਾ ਹੋਣਾ ਚਾਹੀਦਾ ਹੈ। ਠੀਕ ਹੈ। ਮਿਸਾਲ ਜਿਹੜਾ ਬਾਹਰੋਂ ਆਉਣ ਤੇ ਅੰਦਰ ਕੁੰਡੀ ਮਾਰ ਛੜੇ ਅੰਦਰ ਵਾੜ ਕੇ। ਸਹੀ ਹੈ। ਜਗ੍ਹਾ ਤੁਸੀਂ ਆਂਦੇ ਹੋ ਕਿ ਸੁੱਕੀ ਹੋਣੀ ਚਾਹੀਦੀ ਹੈ। ਹਾਂ, ਜਗ੍ਹਾ ਸੁੱਕੀ ਰੱਖਣ ਵਾਸਤੇ ਕੀ ਇੰਤਜ਼ਾਮ ਕਰਨਾ ਚਾਹੀਦਾ? ਜਗ੍ਹਾ ਸੁੱਕੀ ਰੱਖਣੇ ਵਾਸਤੇ ਇਹ ਇੰਤਜ਼ਾਮ ਚਾਹੀਦਾ ਥੱਲੇ ਫਰਸ਼ ਲਾ ਲੇ ਜਾਂ ਇੱਟਾਂ ਦਾ ਲਾ ਲੇ। ਅੱਛਾ। ਤੇ ਅਗਰ ਇੱਟਾਂ ਦਾ ਨਹੀਂ ਲਾ ਸਕਦੇ, ਜੇ ਕੱਚਾ ਹੈ ਤੇ ਉਹਨੂੰ ਸਹੀ ਬਰਕਰੂਫ ਜਿਹੜੀ ਹੈ ਨਾ ਉਹਦੀ ਸਫਾਈ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਤਰੀਕਾ ਹੋਣਾ ਚਾਹੀਦਾ ਉਹਦਾ। ਤੇ ਉਹਨੂੰ ਡੇਲੀ ਜਾਣਾ ਨਾ ਸਾਹ ਸੁੱਟ ਕੇ ਮਿਸਾਲ ਹੈ ਤੇ ਸਾਫ਼ ਕਰਨਾ ਚਾਹੀਦਾ ਸੋਹਣਾ ਵਾਲਾ। ਤੇ ਮਾਸ਼ਾਅੱਲਾ ਖੈਰ ਹੀ ਹੈ ਇਹਦੇ ਚ ਬੜਾ ਅੱਲਾ ਦੀ ਰਹਿਮਤ ਹੈ, ਸਾਡੇ ਨਬੀਆਂ ਦੀ ਮਤਲਬ ਸੁਨਨਤ ਹੈ। ਠੀਕ ਹੈ। ਤੇ ਬੜਾ ਇਹਦੇ ਚ ਮੁਨਾਫਾ ਹੀ ਮੁਨਾਫਾ, ਘਾਟਾ ਕੋਈ ਨਹੀਂ ਅਗਰ ਬੰਦਾ ਬੇਈਮਾਨ ਨਾ ਹੋਵੇ ਤੇ। ਬੇਈਮਾਨ ਨਾ ਹੋਵੇ, ਹਾਂ ਬੜੀ ਗੱਲ ਹੈ। ਇਹ ਜਿਹੜਾ ਇਖਲਾਸ ਹੈ ਬੜੀ ਜ਼ਰੂਰੀ ਹੈ। ਤੇ ਖੈਰ ਇਹਦੇ ਚ ਬੜਾ ਕੁਝ। 20 ਬੱਕਰੀਆਂ ਚੋਂ ਸਾਲ ਚ ਕਿੰਨੇ ਕੁ ਬੱਚੇ ਮਿਲ ਜਾਂਦੇ ਨੇ ਜਾਂ ਕਿੰਨੀ ਕੁ ਬਚਤ ਹੋ ਜਾਂਦੀ? 20 ਬੱਕਰੀਆਂ ਜੀ ਸਾਲ ਚ ਉਹ ਤੇ ਮਾਸ਼ਾਅੱਲਾ ਦੂਰ ਟੁਰ ਜਾਂਦੀ ਹੈ। ਦੂਰ ਟੁਰ ਜਾਂਦੀ ਹੈ। ਕਿੰਨੇ ਕੁ ਬੱਚੇ ਨਿਕਲ ਆਉਂਦੇ ਨੇ ਉਹਦੇ ਚ? ਕਮ ਸੇ ਕਮ ਵੀ 20 ਤੋਂ ਕਮ ਸੇ ਕਮ ਵੀ 40 ਬੱਚੇ ਨਿਕਲ ਆਉਂਦੇ ਆ। ਠੀਕ ਹੈ। ਨਰ ਉਸੇ ਨਸਲ ਦਾ ਹੋਣਾ ਚਾਹੀਦਾ ਜਾਂ ਨਰ ਕੋਈ ਹੋਰ ਨਸਲ ਅੱਛੀ ਦਾ ਰੱਖਣਾ ਚਾਹੀਦਾ? ਉਹ ਨਰ ਜਿਹੜਾ ਅਗਰ ਬੰਦੇ ਕਾਰੀਗਰ ਹੈ ਨਾ, ਮਿਸਾਲ ਜੇ ਉਹਨੂੰ ਸ਼ੌਕ ਹੈ ਬੱਕਰੀਆਂ ਦਾ ਜੀ, ਤੇ ਉਹ ਫਿਰ ਉਹ ਆਪੀ ਨਸਲ ਜਿਹੜੀ ਹੈ ਨਾ ਉਹ ਬਦਲੀ ਪਿਆ ਕਰਦਾ। ਠੀਕ ਹੈ। ਸਮਝ ਰਹੇ ਹੋ? ਸਹੀ ਹੈ। ਇਹ ਹੁਣ ਮੇਰੇ ਕੋਲ ਮੈਂ ਅੱਗੇ ਆ ਤੋਂ ਅੱਗੇ ਹੁਣ ਅਗਲੇ ਸਾਲ ਇਨਸ਼ਾਅੱਲਾ ਬਦਲੀ ਕਰ ਦੇਣੀ ਹੈ। ਠੀਕ ਹੈ। ਹਾਂ ਸਹੀ ਹੋ ਗਿਆ। ਅੱਛਾ ਅੰਕਲ ਜੀ, ਇਹ ਦੱਸਿਓ ਕਿ ਤੁਸੀਂ ਕਿਹਾ ਕਿ ਤੁਸੀਂ ਬੱਕਰੀਆਂ ਨੂੰ ਚਰਾਈ ਤੇ ਰੱਖਦੇ ਹੋ, ਲੇਕਿਨ ਬਾਜ਼ ਔਕਾਤ ਬਾਰਿਸ਼ ਜ਼ਿਆਦਾ ਹੁੰਦੀ ਏ, ਬਾਹਰ ਜਿਹੜਾ ਨਾ ਕਿ ਜਗ੍ਹਾ ਨਹੀਂ ਮਿਲਦੀ, ਉਦੋਂ ਕੀ ਕਰਦੇ ਹੋ? ਉਦੋਂ ਇਹਨਾਂ ਨੂੰ ਇਹ ਕਰੀਦਾ ਵੀ ਉਹਨੂੰ ਦਾਣਾ ਜਿਹੜਾ ਨਾ ਉਹ ਪਾਈਦਾ, ਯਾਨੀ ਕਣਕ ਲਾ ਲਓ, ਚਣਾ ਲਾ ਲਓ, ਜੌਂ ਲਾ ਲਓ, ਫਿਰ ਅੱਧਾ ਕਿਲੋ ਹਰ ਬੱਕਰੀ ਖਾ ਲਵੇ ਨਾ ਤੇ ਰਾਤ ਜਿਹੜੀ ਹੈ ਨਾ ਉਹਦੀ ਬੜੀ ਸਕੂਨ ਦੀ ਨਿਕਲ ਜਾਂਦੀ ਹੈ, ਯਾਨੀ ਉਗਾਲੀ ਪਈ ਕਰਦੀ ਹੈ। ਇਹ ਜਿਹੜਾ ਤੁਸੀਂ ਕਿਹਾ ਕਿ ਦਾਣੇ ਵਗੈਰਾ ਜਾਂ ਚਣੇ ਪਾਉਂਦੇ ਹੋ, ਇਹ ਕਿਸ ਤਰ੍ਹਾਂ ਉਹਨਾਂ ਨੂੰ ਇਸਤੇਮਾਲ ਕਰਾਉਂਦੇ ਹੋ? ਐਸੇ ਤਰ੍ਹਾਂ ਯਾਨੀ ਖੁਰਲੀਆਂ ਨੇ, ਖੁਰਲੀਆਂ ਦੇ ਵਿੱਚ ਸੁੱਟਦੇ ਹੋ ਤੁਸੀਂ, ਜਾਨਵਰ ਉੱਤੇ ਲਾ ਦਿਓ। ਸਬਜ਼ ਚਾਰਾ ਕੋਈ ਨਹੀਂ ਪਾਉਂਦੇ? ਨਹੀਂ, ਜੇ ਅਗਰ ਦਾਣਾ ਪਾਣਾ ਤੇ ਸਬਜ਼ ਚਾਰਾ ਨਹੀਂ ਪਾਣਾ, ਕਿਉਂ ਸਬਜ਼ ਚਾਰੇ ਜਿਹਨਾਂ ਦਾ ਪੇਟ ਖਰਾਬ ਹੋ ਜਾਂਦਾ। ਠੀਕ ਹੈ। ਅਗਰ ਦਾਣਾ ਖਾਣ ਨਾ ਤੇ ਫਿਰ ਪੇਟ ਇਹਨਾਂ ਦਾ ਖਰਾਬ ਹੋ ਜਾਂਦਾ। ਸਿਰਫ ਦਾਣੇ ਪਾਣੇ, ਤੂੜੀ ਨਾਲ ਪਾਈ ਜਾ ਸਕਦੀ? ਹਾਂ, ਤੂੜੀ ਪਾ ਲਓ। ਕਿੰਨੀ ਕੁ ਤੂੜੀ ਖਾ ਜਾਂਦੀਆਂ ਨੇ? ਮਿਸਾਲ ਤੂੜੀ ਇਹਨੇ ਕਿੰਨੀ ਖਾਣੀ? ਇੱਕ ਸੇਰ ਤੂੜੀ ਹੋਵੇ, ਅੱਧਾ ਕਿਲੋ ਦਾਣਾ ਹੋਵੇ, ਅੱਧਾ ਕਿਲੋ ਚੋਕਰ ਹੋਵੇ, ਬੇਬਾ ਸਮਾਨ ਹੋ ਜਾਂਦਾ ਬੱਕਰੀ ਵਾਸਤੇ। ਬੱਕਰੀਆਂ ਵਾਸਤੇ ਪੱਕੀ ਖੁਰਲੀ ਸਹੀ ਰਹਿੰਦੀ ਕਿ ਲੱਕੜੀ ਵਾਲੀ? ਉਹ ਤੇ ਆਪਣੇ ਮੁਤਸਰ ਹੈ, ਅਗਰ ਜੇ ਪੱਕੀ ਦਾ ਕੋਈ ਤੇਰੇ ਚ ਫੁਰਸਤ ਹੈ ਤੇ ਪੱਕੀ ਬਿਹਤਰੀਨ ਕਰਕੇ ਸੋਹਣੀ ਵਾਲੀ ਕਰਕੇ ਮਿਸਾਲ ਉਹਦੇ ਤੇ। ਉਹੀ ਤੇ ਮੈਂ ਤੇ ਆ ਲੱਕੜੀਆਂ ਲਵਾ ਕੇ ਥੱਕ ਗਿਆ। 5-6 ਰੁਪਇਆ ਖਰਚਾ ਕੀਤਾ ਸੀ, 2-3 ਅੰਦਰ ਵੀ ਨੇ, 2-3 ਬਾਹਰ ਨੇ, ਤੇ ਇਹਨਾਂ ਵਾਸਤੇ ਲਿਆਂਦੀਆਂ ਨੇ। ਇਹ ਅੱਗੂ ਕੰਮ ਦਿੰਦੀਆਂ ਨੇ। ਮਿਸਾਲ ਜਦੋਂ ਕਣਕ ਨਹੀਂ ਬੀਜੀ ਦੀ ਗੂਰੀ ਚ, ਉਦੋਂ ਮਾਲ ਜਿਹੜਾ ਨਾ ਬਾਹਰ ਸਟਾਪ ਹੋ ਜਾਂਦਾ, ਨਹੀਂ ਖੁੱਲਦਾ। ਸਹੀ ਹੈ। 2 ਮਹੀਨੇ ਨਹੀਂ ਖੁੱਲਦਾ। ਠੀਕ ਹੈ। ਤੇ ਉਦੋਂ ਮਿਸਾਲ ਹੈ ਫਿਰ ਜਾਂ ਸਟਾਲਾ ਜਿਹੜਾ ਚਾਰਾ, ਜਿਹੜਾ ਸਬਜ਼ ਚਾਰਾ ਜਿਹੜਾ ਉਹ ਇਹਨਾਂ ਨੂੰ ਪਾ ਲਵੋ, ਨਹੀਂ ਤਾਂ ਦੂਸਰਾ ਸੁੱਕਾ ਚਾਰਾ। ਤੁਹਾਡੇ ਖਿਆਲ ਚ ਬਿਹਤਰ ਪੱਕੀ ਰਹਿੰਦੀ ਹੈ ਕਿ ਲੱਕੜੀ ਦੀ? ਨਹੀਂ, ਮੇਰੇ ਤੇ ਖਿਆਲ ਨਾਲ ਇਹ ਲੱਕੜੀ ਦੀਆਂ ਸਹੀ ਰਹਿੰਦੀਆਂ ਨੇ, ਕਿਉਂ ਪੱਕੀ ਦੇ ਵਿੱਚ ਇਹ ਦੌੜ ਕੇ ਛਾਲਾਂ ਮਾਰ ਕੇ ਅੰਦਰ ਵੜ ਜਾਂਦੇ ਨੇ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਜ਼ਿਆਦਾ
ਬਾਹਰ ਖੜਦੇ ਹੋ ਚਰਾਈ ਕਰਾਉਂਦੇ ਹੋ, ਅਗਰ ਕੋਈ ਬੰਦਾ ਬੱਕਰੀਆਂ ਰੱਖਦਾ ਉਹਦੇ ਕੋਲ ਚਰਾਈ ਵਾਸਤੇ ਜਿਹੜੀ ਹੈ ਨਾ ਜ਼ਮੀਨ ਅਵੇਲੇਬਲ ਨਹੀਂ ਹੈ ਤੇ ਉਹ ਤੂੜੀ ਤੇ ਜਾਂ ਦਾਲ ਚਨੇ ਵਗੈਰਾ ਤੇ ਉਹਨਾਂ ਨੂੰ ਪਾਲ ਸਕਦਾ ਹੈ? ਸਰ ਜੀ ਇਹ ਦੇਖੋ ਜੇ ਅਗਰ ਉਸ ਬੰਦੇ ਕੋਲ ਜਗ੍ਹਾ ਨਹੀਂ ਨਾ, ਮੇਰੀ ਕਿਹੜੀ ਆਪਣੀ ਹੈ ਸਾਰੀ ਜਗ੍ਹਾ, ਕੋਈ ਮੇਰੇ ਥਾਂ ਦੇ ਵਿੱਚ ਚਲੇ ਜਾਂਦੇ ਮਿਸਾਲ ਹੁਣ ਮੌਸਮ ਮੂੰਜੀ ਲੱਗਦੀ ਹੈ ਇਹਨਾਂ ਥਾਵਾਂ ਦੇ ਵਿੱਚ ਚਲੀਆਂ ਜਾਣ, ਕਿਸੇ ਨੂੰ ਕੋਈ ਵੀ ਨਹੀਂ ਰੋਕਦਾ। ਤੇ ਅਗਰ ਉਹ ਨਹੀਂ ਕਰ ਸਕਦਾ ਬੰਦਾ, ਜੇ ਉਹ ਖਰਚਾ ਉਹ ਡੇਲੀ ਫਿਰ ਬਰਦਾਸ਼ਤ ਨਹੀਂ ਹੁੰਦਾ ਨਾ ਖਰਚਾ, ਕਿੱਥੋਂ ਤੂੜੀ ਦਾਣਾ ਇੰਨਾ ਖਰਚਾ ਲੈ ਰਗੋਂ, ਅਗਰ ਕਰ ਸਕਦਾ ਜ਼ਿਆਦਾ ਬਿਜ਼ਨਸ ਕਰਨੀ ਹੈ ਤੇ ਫਿਰ ਉਹ ਤੂੜੀ ਦਾ ਇੰਤਜ਼ਾਮ ਕਰ ਲੇ ਤੇ ਤੂੜੀ ਤੇ ਵੀ ਪਲ ਜਾਂਦੀ ਹੈ, ਸਾਰਾ ਸਾਲ ਪਲ ਜਾਂਦੀ ਹੈ। ਹਾਂ ਪਲ ਜਾਂਦੀ ਹੈ। ਠੀਕ ਹੈ। ਅੱਛਾ ਇਹ ਦੱਸਿਓ ਕਿ ਤੁਸੀਂ ਬੱਕਰੀਆਂ ਦੇ ਜਿਹੜੇ ਬੱਚੇ ਨੇ ਬਸ ਉਹੀ ਸੇਲ ਕਰਦੇ ਹੋ ਕਿ ਇਹਨਾਂ ਦਾ ਦੁੱਧ ਵੀ ਸੇਲ ਕਰਦੇ ਹੋ? ਨਹੀਂ ਮਾਸ਼ਾਅੱਲਾ, ਜੇ ਅਗਰ ਦੁੱਧ ਜ਼ਿਆਦਾ ਹੋਵੇ ਤੇ ਦੁੱਧ ਬੱਕਰੀ ਦਾ ਕਿੱਥੋਂ ਲੱਭਦਾ, ਜੇ ਦੁੱਧ ਸੇਲ ਵੀ ਹੋ ਸਕਦਾ, ਤੇ ਜੇ ਬੱਚੇ ਜ਼ਿਆਦਾ ਹੋਣ ਤੇ ਫਿਰ ਬੱਚੇ ਅਸੀਂ ਜਿਹੜੇ ਇਹਨਾਂ ਜ਼ਿਆਦਾ ਸੇਲ ਕਰ ਦਿੰਦੇ। ਕਿਉਂਕਿ ਇਸ ਤੋਂ ਪਹਿਲੇ ਮੈਂ ਇੱਕ ਵੀਡੀਓ ਬਣਾਈ ਹੈ ਤੇ ਉਹ ਬਜ਼ੁਰਗਾਂ ਕਿਹਾ ਸੀ ਕਿ ਅਸੀਂ ਜਿਹੜਾ ਨਾ ਬੱਕਰੀਆਂ ਦਾ ਦੁੱਧ ਵੀ ਸੇਲ ਕਰਨੇ ਆ। ਯਾਨੀ ਸਾਡੇ ਏਰੀਏ 'ਚ ਸਿਆਲਕੋਟ ਦੇ ਏਰੀਏ 'ਚ ਇੱਥੋਂ ਤਲਾ ਧੂਰਾਂ ਕੋਈ ਬੰਦਾ ਨਹੀਂ ਸੇਲ ਕਰਦਾ। ਇਸ ਤੋਂ ਪਰਾਂ ਯਾਨੀ ਇੱਧਰ ਹੈਡ ਮਨਾਲੇ ਵਾਲੀ ਸਾਈਡ ਤੇ, ਉਹ ਬੇਲੇ ਵਾਲੀ ਸਾਈਡ ਤੇ ਜਿਹੜੇ ਨੇ ਨਾ ਲੋਕ ਉਹ ਸੇਲ ਕਰਦੇ ਨੇ। ਠੀਕ ਹੈ। ਅੱਛਾ ਤੁਸੀਂ ਇਹਨਾਂ ਦੀ ਆਪਣੀ ਬੱਕਰੀ ਦੀ ਡੇਲੀ ਰੂਟੀਨ ਕੀ ਰੱਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ? ਇਹਨਾਂ ਦੀ ਡੇਲੀ ਰੂਟੀਨ ਹੈ ਜਦੋਂ ਜ਼ਾਨ ਹੋਣੀ ਹੈ ਨਾ ਪੇਸ਼ੀ ਦੀ, ਠੀਕ ਹੈ, ਉਦੋਂ ਬਾਹਰ ਖੋਲ ਲੈਣੀਆਂ ਨੇ। ਠੀਕ ਹੈ। ਫਿਰ ਇਸ ਤੋਂ ਬਾਅਦ ਸ਼ਾਮ ਸਿੱਧਾ ਨਾ, ਠੀਕ ਹੈ, ਇਹਨਾਂ ਮਿਸਾਲ ਚੌਕ ਤੇ ਪੇਟ ਪੂਜਾ ਕਰਕੇ ਸ਼ਾਮੀ ਇਹਨਾਂ ਨੂੰ ਫਿਰ ਵਾਪਸ ਲੈ ਆਵੇਗਾ। ਉਸ ਤੋਂ ਬਾਅਦ ਕੁਛ ਨਹੀਂ? ਉਸ ਤੋਂ ਬਾਅਦ ਕੁਛ ਹੈ ਨਹੀਂ। ਠੀਕ ਹੈ। ਮੈਂ ਤੁਹਾਡੇ ਕੋਲੋਂ ਕਾਫੀ ਸਾਰੀ ਗੱਲਾਂ ਪੁੱਛੀਆਂ ਨੇ, ਕੋਈ ਐਸੀ ਗੱਲ ਜਿਹੜੀ ਬੱਕਰੀ ਪਾਲ ਹਜ਼ਰਾਤ ਵਾਸਤੇ ਜ਼ਰੂਰੀ ਹੈ ਜਿਹੜੀ ਮੈਂ ਨਹੀਂ ਪੁੱਛੀ, ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ? ਬੱਕਰੀ ਜਿਹੜੀ, ਮੇਰੀ ਗੱਲ ਸੁਣੋ, ਮੇਰੀ ਬੇਵਕੂਫੀ ਨਾਲ 2 ਬੱਕਰੀਆਂ ਲਾਲ ਹੋਈਆਂ ਨੇ। ਠੀਕ ਹੈ। ਬੜੀਆਂ ਚੰਗੀਆਂ ਬੱਕਰੀਆਂ ਹਨ। ਇਹ ਅਸਲ 'ਚ ਵਿਸਾਖ ਚੜ੍ਹਦੇ ਆ ਨਾ, ਇਹਨਾਂ ਨੂੰ ਤੇਲ ਦੇਣਾ ਚਾਹੀਦਾ ਸਰੋਂ ਦਾ। ਠੀਕ ਹੈ। ਤਾਂ ਕਿ ਇਹਨਾਂ ਦਾ ਪੇਟ 'ਚ ਗੈਸ ਨਾ ਹੋਵੇ, ਇਹਨਾਂ ਨੂੰ ਵੱਟ ਨਾ ਪਵੇ। ਠੀਕ ਹੈ। ਇਹ ਜੋ ਬੰਦਾ ਕੰਮ ਰੱਖੇ ਤੇ ਜੋ ਪਤਾ ਪਿਆ ਲੱਗਦਾ। ਠੀਕ ਹੈ। ਅੱਛਾ ਵਿਸਾਖ ਕਿਹੜਾ ਮਹੀਨਾ ਬਣਦਾ? ਵਿਸਾਖ ਜੀ ਜੋ ਕਣਕਾਂ ਨੂੰ ਲਾਲ ਹੁੰਦੀਆਂ ਨੇ ਉਦੋਂ ਵਿਸਾਖ ਚੜ੍ਹੇ, ਵਿਸਾਖ ਉਹਨੂੰ ਤੇਲ ਦੇਣਾ ਚਾਹੀਦਾ। ਚੜ੍ਹੇ ਵਿਸਾਖ ਤੇਲ ਦੇ ਹਨ। ਕਿੰਨਾ ਕਿਤੇ ਔਰ ਕਿਸ ਤਰ੍ਹਾਂ ਦੇਣਾ ਚਾਹੀਦਾ? ਹਰ ਬੱਕਰੀ ਨੂੰ ਅੱਧਾ ਕਿਲੋ ਤੇਲ ਜਿਹੜਾ ਨਾ ਲਾਜ਼ਮੀ। ਇੱਕ ਵਾਰੀ ਅੱਧਾ ਕਿਲੋ ਦੇਣਾ ਜਾਂ ਦੋ ਦਫਾ? 2 ਦਫਾ। ਹਾਂ ਪਾਪਾ ਕਰਕੇ। ਤੇ ਕਿੰਨੀ ਕਿ ਦਿਨ ਦੇਣਾ ਚਾਹੀਦਾ? ਇਹ 2-3 ਦਿਨਾਂ 4 ਦਿਨਾਂ ਤੱਕ ਖਤਮ ਕਰ ਦਿਓ। ਠੀਕ ਹੈ, ਜ਼ਬਰਦਸਤ ਜੀ। ਅੱਛਾ ਅੰਕਲ ਜੀ ਇਹ ਦੱਸਿਓ ਕਿ ਜਦੋਂ ਬਾਜ਼ ਲੋਕਾਂ ਤੁਹਾਡੀ ਵੀਡੀਓ ਵੇਖਣੀ ਹੈ ਤੇ ਕੁਛ ਹੁੰਦੇ ਨੇ ਕਿ ਜਿਹੜੇ ਇਹ ਬੱਕਰੀਆਂ ਦੇ ਬੱਚੇ ਲੈਣਾ ਚਾਹੁੰਦੇ ਨੇ ਤੇ ਤੁਸੀਂ ਬੱਚੇ ਜੇ ਸੇਲ ਕਰਨੇ ਨੇ ਤੇ ਤੁਹਾਡੇ ਨਾਲ ਕਿੰਜ ਰਾਬਤਾ ਕਰਨ? ਇਨਸ਼ਾਅੱਲਾ ਅਸੀਂ ਨੰਬਰ ਦੇ ਦਿੰਦੇ ਹਾਂ ਤੇ ਸਾਡੇ ਨਾਲ ਰਾਬਤਾ ਕਾਇਮ ਕਰ ਲੈਣਾ। ਹਾਂ ਮੋਬਾਈਲ ਨੰਬਰ ਦੇ ਜੀ। ਮੇਰੇ ਵਾਲਾ ਸਾਹਿਬ ਦਾ ਨੰਬਰ ਹੈ 0323 7855 937। ਠੀਕ ਹੈ। ਪਿੰਡ ਦਾ ਐਡਰੈਸ ਵੀ ਸਮਝਾ ਦਿਓ। ਪਿੰਡ ਪੀਲਵਾਲ। ਠੀਕ ਹੈ। 7855 937। ਜੀ ਬੜੀ ਮਿਹਰਬਾਨੀ ਭਾਈ ਜਾਨ।